गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी ਦੀ ਆਤਮਿਕ ਸੰਗਤ ਅਤੇ ਜੀਵਨ ਛੋਹ ਨਾਲ ਉੱਚੀ ਅਵਸਥਾ ਨੂੰ ਪ੍ਰਾਪਤ ਹੋਏ ਜੀਵਨਾਂ ਵਿੱਚੋਂ ਇੱਕ ਜੀਵਨ ਹੈ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਦਾ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਸ੍ਰੀਮਾਨ ਸੰਤ ਸੰਗਤ ਸਿੰਘ ਜੀ ਸੱਚ ਸੰਗ ਤੋਂ ਆਏ ਸਦਾਇਆ, ਸੰਗਤ ਸਿੰਘ ਸੰਗਤਾਂ ਦਾਸ, ਸੰਗਤ ਪ੍ਰੇਮੀ ਸਦ ਖਿੜ ਹੱਸਦੇ, ਕਰਕੇ ਗੁਰਸੰਗਤ ਵਿੱਚ ਵਾਸ। ਗੁਰਬਾਣੀ ਤੋਂ ਛਕ ਰਸ ਅੰਮ੍ਰਿਤ, ਖੀਵੇ ਬਣੇ ਪਪੀਏ ਖਾਸ। ਸੰਚ ਸੰਗਤਾਂ ਉਹ ਰਸ ਅੰਮ੍ਰਿਤ, ਬੁੱਕੀ ਵੰਡਿਆ ਸੰਗ ਹੁਲਾਸ। ਗੁਰਸੰਗਤ ਦੇ ਬਲਬਲ ਜਾ ਕੇ, ਵੰਡ ਵੰਡ ਕੇ ਸੋਹਣੀ ਰਾਸ। ਘੁੰਮ ਗਏ ਗੁਰਸੰਗਤ ਉੱਤੋਂ, ਉੱਡ ਗਏ ਸੰਗਤ ਆਕਾਸ਼। ਸਤਵੇਂ ਪਾਤਸ਼ਾਹ ਗੁਰੂ ਕਰਤਾ ਹਰ ਰਾਏ ਸਾਹਿਬ ਜੀ ਦੀਆਂ ਮਿਹਰਾਂ ਭਰੀਆਂ ਬਖਸ਼ਿਸ਼ਾਂ ਜਿਨ੍ਹਾਂ ਮਹਾਨ ਆਤਮਾਵਾਂ ਸਤਵੇਂ ਪਾਤਸ਼ਾਹ ਗੁਰੂ ਕਰਤਾ ਹਰ ਰਾਏ ਸਾਹਿਬ ਜੀ ਦੀਆਂ ਮਿਹਰ ਭਰੀਆਂ ਬਖਸ਼ਿਸ਼ਾਂ ਜਿਨ੍ਹਾਂ ਮਹਾਨ ਆਤਮਾਵਾਂ ਪਰ ਹੋਈਆਂ, ਉਹਨਾਂ ਵਿੱਚੋਂ ਇੱਕ ਸ਼ੁਭ ਨਾਮ ਭਾਈ ਸ਼ਾਮੂ ਸਚਿਆਰ ਜੀ ਦਾ ਸੀ, ਜਿਨ੍ਹਾਂ ਦੇ ਵੰਸ਼ ਵਿੱਚ 20ਵੀਂ ਸਦੀ ਬਿਕਰਮੀ ਦੇ ਮੱਧ ਵਿੱਚ ਇੱਕ ਮਹਾਂਪੁਰਸ਼ ਭਾਈ ਸੀਤਲ ਦਾਸ ਜੀ ਕਮਾਲੀਏ ਹੋਏ, ਜੋ ਚੰਗੇ ਵਿਦਵਾਨ, ਕਵੀ, ਸੋਹਣੇ ਵਕਤਾ ਤੇ ਸੁਸ਼ੀਲ ਬਿਰਤ ਸਤਪੁਰਸ਼ ਸੁਣੇ ਗਏ ਹਨ। ਇਹ ਗ੍ਰਸਤੀ ਸਨ, ਪਰ ਸੰਤਾਨ ਕੋਈ ਨਹੀਂ ਸੀ ਬਚਦੀ। ਸੰਮਤ 1938 ਬਿਕਰਮੀ ਵਿੱਚ ਭਾਈ ਸੰਗਤ ਸਾਹਿਬ, ਭਾਈ ਫੇਰੂ ਸੱਚ ਦਾੜੀ ਦੇ ਡੇਰੇ ਦੇ ਸ੍ਰੀ ਮਹੰਤ ਸਾਹਿਬ ਬਾਬਾ ਧਿਆਨ ਦਾਸ ਜੀ, ਜੋ ਨਾਮ ਰਸੀਏ ਸ਼ਕਤੀਵਾਨ ਮਹਾਂਪੁਰਸ਼ ਸਨ, ਆਪ ਦੀ ਮੰਡਲੀ ਸਮੇਤ ਕਮਾਲੀਏ ਆਏ। ਭਾਈ ਸੀਤਲ ਦਾਸ ਜੀ ਨੇ ਸੰਤਾਂ ਦਾ ਪੱਕਾ ਭੰਡਾਰਾ ਕੀਤਾ। ਸ੍ਰੀ ਮਹੰਤ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਤੇ ਇਹਨਾਂ ਦੀ ਪੁੱਤਰ ਦੀ ਆਕਾਂਖਿਆ ਲੱਖ ਕੇ ਅਰਦਾਸ ਕੀਤੀ, ਜੋ ਦਰਗਾਹੇ ਪ੍ਰਵਾਨ ਹੋਈ ਤੇ ਸੰਮਤ 1939 ਬਿਕਰਮੀ ਨੂੰ ਭਾਈ ਸੀਤਲ ਦਾਸ ਦੇ ਗ੍ਰਹਿ ਇੱਕ ਬਾਲਕ ਨੇ ਜਨਮ ਲਿਆ। ਇਹ ਉਹੀ ਕੌਮ ਦਾ ਨੌਨਿਹਾਲ ਸੀ, ਜਿਸ ਨੂੰ ਅਸੀਂ ਅੱਜ ਬੜੇ ਪਿਆਰ ਸਤਿਕਾਰ ਨਾਲ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਦੇ ਸ਼ੁਭ ਨਾਮ ਨਾਲ ਯਾਦ ਕਰਦੇ ਹਾਂ। 6-7 ਸਾਲ ਦੀ ਵਰੇਸ ਵਿੱਚ ਆਪ ਨੂੰ ਗੁਰਮੁਖੀ ਪੜ੍ਹਨੇ ਪਾਇਆ ਗਿਆ ਭਾਈ ਹਰੀ ਸਿੰਘ ਜੀ ਪਾਸ। 9 ਸਾਲ ਦੀ ਵਰੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਬੈਠੇ। ਮਾਤਾ ਪਿਤਾ ਨੇ ਬੜੀ ਖੁਸ਼ੀ ਕੀਤੀ। ਪਾਠ ਸੋਹਣੀ ਸਰਲਤਾ ਵਿੱਚ ਸਮਾਪਤ ਕਰਕੇ ਗਿਆਨੀ ਬਿਬੇਕਾ ਸਿੰਘ ਜੀ ਪਾਸੋਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਨ ਬੈਠੇ। ਇਸ ਸਮੇਂ ਵਿੱਚ ਆਪ ਦੇ ਪਿਤਾ ਜੀ ਚੜ੍ਹਾਈਆਂ ਕਰ ਗਏ। ਫਿਰ ਘਰ ਦੇ ਸਾਰੇ ਕੰਮਾਂ ਕਾਜਾਂ ਦਾ ਬੋਝ ਆਪ ਦੇ ਮੋਢਿਆਂ ਤੇ ਆ ਪਿਆ। 1955 ਬਿਕਰਮੀ ਵਿੱਚ ਆਪਣੀ ਸਿੱਖੀ ਸੇਵਕੀ ਵਿੱਚ ਮਗਿਆਣੇ ਗਏ, ਜੋ ਬਜ਼ੁਰਗਾਂ ਦੇ ਵੇਲੇ ਤੋਂ ਆਪ ਦੇ ਖਾਨਦਾਨ ਦੇ ਪ੍ਰਚਾਰ ਦੇ ਘੇਰੇ ਹੇਠ ਆ ਚੁੱਕਾ ਸੀ। 1957 ਵਿੱਚ ਮਗਿਆਣੇ ਸ੍ਰੀਮਾਨ ਸੰਤ ਭਾਈ ਫਤਿਹ ਚੰਦ ਜੀ ਨਾਲ ਮੇਲ ਹੋ ਗਿਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਅਰਥਾਂ ਦੇ ਮੰਨੇ ਪਰਮੰਨੇ ਗਿਆਨੀ ਤੇ ਮਹਾਂਪੁਰਸ਼ ਸਨ। ਉਹਨਾਂ ਤੋਂ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨੇ ਸ਼ੁਰੂ ਕੀਤੇ। ਨਾਲੇ ਨਾਲ ਭਾਸ਼ਾ ਦੇ ਹੋਰ ਗ੍ਰੰਥ ਵਿਚਾਰ ਮਾਲਾ, ਵੈਰਾਗ ਸ਼ਤਕ, ਪ੍ਰਬੋਧ ਚੰਦਰ ਨਾਟਕ ਆਦਿ ਵੀ ਪੜ੍ਹਦੇ ਰਹੇ। ਮਹਾਂਪੁਰਸ਼ਾਂ ਨੇ ਵੀ ਸੁਲੱਛਣ ਤੇ ਸੁਯੋਗ ਵਿਦਿਆਰਥੀ ਪ੍ਰਤੀਤ ਕਰਕੇ ਸੋਹਣਾ ਸਨੇਹ ਪਾ ਲਿਆ। ਸੂਹੀ ਰਾਗ ਤੱਕ ਅਰਥ ਪੜ੍ਹੇ ਸਨ ਕਿ ਸੰਤ ਚੁੱਪ ਚੁਪਾਤੇ ਕਿਤੇ ਟੁਰ ਗਏ। ਆਪ ਵਾਪਸ ਘਰ ਕਮਾਲੀਏ ਆ ਗਏ, ਪਰ ਮਾਤਾ ਨੇ ਪਿਆਰ ਨਾਲ ਸਮਝਾਇਆ ਕਿ ਸੰਥਿਆ ਅੱਧੀ ਨਹੀਂ ਛੱਡਣੀ, ਸੰਤਾਂ ਦੀ ਤਲਾਸ਼ ਕਰਕੇ ਸੰਥਿਆ ਪੂਰੀ ਕਰੋ। ਮਗਿਆਣੇ ਆਏ, ਪਤਾ ਲੱਗਾ ਕਿ ਸੰਤ ਸ਼ਾਜੀਵਣੇ ਹਨ। ਉੱਥੇ ਜਾ ਕੇ ਸੰਥਿਆ ਫਿਰ ਅੱਗੇ ਟੋਰੀ। ਬਿਲਾਵਲ ਰਾਗ ਵਿੱਚ ਪੜ੍ਹ ਰਹੇ ਸਨ। ਗਰਮੀਆਂ ਦੀ ਰੁੱਤੇ ਦੀਵੇ ਦੇ ਚਾਨਣੇ ਕੋਠੜੀ ਵਿੱਚ ਬੈਠ ਸੰਥਿਆ ਵਿਚਾਰ ਰਹੇ ਸਨ ਤੇ ਮੁੜਕੋ ਮੁੜਕੀ ਹੋ ਰਹੇ ਸਨ। ਇੱਕ ਅਰਥ ਯਾਦ ਨਹੀਂ ਸੀ ਆ ਰਿਹਾ। ਉਸੇ ਹਾਲ ਸੰਤਾਂ ਤੋਂ ਪੁੱਛਣ ਉੱਪਰ ਛੱਤ ਤੇ ਆਏ। ਸੰਤਾਂ ਕੱਪੜੇ ਭਿੱਜੇ ਲੱਖ ਕੇ ਪੁੱਛਿਆ, ਇਸ਼ਨਾਨ ਕਰਕੇ ਆਏ ਹੋ?
ਤਾਂ ਦੱਸਿਆ ਕਿ ਨਹੀਂ, ਕੋਠੜੀ ਵਿੱਚ ਬੈਠਾ ਸੰਥਿਆ ਯਾਦ ਕਰਦਾ ਆਇਆ ਹਾਂ। ਸੰਤ ਦਇਆ ਵਿੱਚ ਢਲ ਕੇ ਕਹਿਣ ਲੱਗੇ, ਅੱਗੋਂ ਤੋਂ ਸੰਧਿਆ ਤੋਂ ਪਿੱਛੋਂ ਨਾ ਪੜਿਆ ਕਰ, ਜਾ ਆਰਾਮ ਕਰ। ਜੋ ਮੇਰੇ ਅੰਦਰ ਹੈ ਸੋ ਤੇਰੇ ਅੰਦਰ ਪਾ ਦਿੱਤਾ। ਹਾਂਜੀ, ਜੋ ਮੇਰੇ ਅੰਦਰ ਹੈ ਸੋ ਮੈਂ ਤੇਰੇ ਅੰਦਰ ਪਾ ਦਿੱਤਾ। ਸ੍ਰੀ ਸੰਤ ਜੀ ਦੱਸਿਆ ਕਰਦੇ ਸਨ ਕਿ ਬਿਲਾਵਲ ਰਾਗ ਤੋਂ ਅੱਗੇ ਅਰਥ ਜਿੰਨੇ ਸਫੁਰਨ ਹੋਏ ਉਤਨੇ ਪਹਿਲੇ ਨਹੀਂ ਸਨ ਹੋਏ। ਸੰਥਿਆ ਖਤਮ ਹੋਈ, ਸੁਫਲ ਪ੍ਰਾਪਤ ਕੀਤਾ ਤੇ ਇਹ 3 ਵਚਨ ਲੈ ਕੇ ਆਏ। ਪਹਿਲਾ, ਨਿਤਨੇਮ ਨਹੀਂ ਕੁਸਾਉਣਾ। ਦੂਸਰਾ, ਗ੍ਰਸਤ ਧਰਮ ਧਾਰਨ ਕਰਨਾ। ਤੀਸਰਾ, ਕਥਾ ਕਰਕੇ ਉਗਰਾਈ ਜਾਂ ਯਾਚਨਾ ਨਹੀਂ ਕਰਨੀ, ਨਾ ਚੰਦਾ ਕਰਾਉਣਾ ਨਾ ਲੈਣਾ। ਹਾਂਜੀ, ਸੰਥਿਆ ਖਤਮ ਹੋਈ, ਸੁਫਲ ਪ੍ਰਾਪਤ ਕੀਤਾ ਤੇ ਇਹ 3 ਵਚਨ ਲੈ ਕੇ ਆਏ। ਪਹਿਲਾ ਇਹ ਕਿ ਨਿਤਨੇਮ ਨਹੀਂ ਕੁਸਾਉਣਾ, ਦੂਸਰਾ ਗ੍ਰਸਤ ਧਰਮ ਧਾਰਨ ਕਰਨਾ, ਤੀਸਰਾ ਕਥਾ ਕਰਕੇ ਉਗਰਾਈ ਜਾਂ ਯਾਚਨਾ ਨਹੀਂ ਕਰਨੀ, ਨਾ ਚੰਦਾ ਕਰਾਉਣਾ ਨਾ ਲੈਣਾ। ਸੰਥਿਆ ਦਾ ਭੋਗ ਪਾ ਕੇ ਆਪ ਨਗਰ ਬਾਗ ਜ਼ਿਲ੍ਹਾ ਝੰਗ ਵਿੱਚ ਆ ਕੇ ਕੁਝ ਕਾਲ ਲਈ ਇਕਾਂਤਵਾਸੀ ਹੋ ਗਏ। 1958 ਵਿੱਚ ਪੰਡਤ ਕਾਲਾ ਸਿੰਘ ਜੀ ਆਪਣੀ ਮੰਡਲੀ ਸਮੇਤ ਇੱਥੇ ਆਏ। ਉਹ ਵਿਦਿਆਰਥੀਆਂ ਨੂੰ ਸੰਸਕ੍ਰਿਤ ਪੜ੍ਹਾਇਆ ਕਰਦੇ ਸਨ। ਆਪ ਨੇ ਉਹਨਾਂ ਤੋਂ ਸੰਸਕ੍ਰਿਤ ਦੀ ਪੋਥੀ ਸੂਕਤਾਵਾਲੀ ਪੜ੍ਹੀ। ਉਹ ਛੇਤੀ ਹੀ ਹਰਿਦੁਆਰ ਟੁਰ ਗਏ ਤੇ ਆਪ ਸੁਜਾਬਾਦ ਆ ਗਏ। 1960 ਬਿਕਰਮੀ ਵਿੱਚ ਸੰਤ ਭਾਈ ਫਤਿਹ ਚੰਦ ਜੀ ਗੁਰਪੁਰੀ ਪਿਆਨੇ ਦੀਆਂ ਤਿਆਰੀਆਂ ਕਰ ਬੈਠੇ। ਆਪ ਉਦਾਸ ਹੋਏ ਤਾਂ ਸੰਤਾਂ ਨੇ ਧੀਰ ਦਿਲਾਸਾ ਦਿੱਤਾ ਤੇ ਕਿਹਾ, ਉਦਾਸ ਨਾ ਹੋਵੋ, ਮੇਰੇ ਪਿੱਛੋਂ ਇੱਕ ਮਹਾਪੁਰਸ਼ ਤੁਸਾਨੂੰ ਮਿਲਣਗੇ ਤੇ ਮੇਰਾ ਵਿਛੋੜਾ ਨਹੀਂ ਰਹੇਗਾ। ਇੱਕ ਉਪਨਿਸ਼ਦਾਂ ਦੇ ਗਿਆਤਾ ਤੇ ਵੇਦ ਵਕਤਾ ਪੰਡਤ ਰਾਮ ਸ਼ਰਨ ਜੀ, ਜਿਨ੍ਹਾਂ ਨੂੰ ਯੋਗ ਦੀ ਕੋਈ ਸਾਧਨਾ ਪੁੱਠੀ ਪੈ ਗਈ ਸੀ ਤੇ ਸਰੀਰ ਰੋਗੀ ਹੋ ਗਿਆ ਸੀ, ਉਸ ਨੂੰ ਅਨੇਕ ਉਪਾਵਾਂ ਉਪਰੰਤ ਸੁਖਮਨੀ ਨੇ ਸੁਖ ਦਿੱਤਾ। ਗੁਰਬਾਣੀ ਦੀ ਲਗਾਤਾਰ ਧੁਨੀ ਸੁਣਨ ਦੇ ਸ਼ੌਕ ਨੇ ਉਸ ਦੀ ਆਪ ਨਾਲ ਭੇਟ ਕਰਾਈ। ਉਸ ਦੀ ਲਾਲਸਾ ਤੱਕ ਕੇ ਫਿਰ ਵਿਦਵਾਨ ਪੰਡਤ ਜਾਣ ਕੇ ਆਪਣੇ ਪਾਸ ਟਿਕਾ ਲਿਆ। ਇਹ ਪੰਡਤ ਚੰਗਾ ਸਹਿਚਾਰੀ ਤੇ ਗੁਣੀ ਵਿਦਵਾਨ ਸੀ। ਉਸਨੇ ਆਪ ਨਾਲ ਵਿਦਿਆ ਦੀ ਸਾਂਝ ਦਾ ਸੌਦਾ ਕਰ ਲਿਆ। ਸ੍ਰੀ ਸੰਤ ਜੀ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਾਈ ਤੇ ਪੰਡਤ ਜੀ ਨੇ ਆਪ ਜੀ ਨੂੰ ਵੇਦ ਤੇ ਉਪਨਿਸ਼ਦਾਂ। ਪਰਮ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪ ਵੀ ਇੱਕ ਲੇਖ ਵਿੱਚ ਇੱਕ ਬੰਗਾਲੀ ਰਿਸ਼ੀ ਦੀ ਜ਼ਬਾਨੀ संत राम शरण जी का जिक्र इस प्रकार कीता है। हमको एक संत मिले थे, उनका नाम था राम शरण। इस सुभाग संत जी तो संत संगत सिंह जी ने संस्कृत पढ़ी सी। उनको भी इसी अमृत गंगा यानी गुरबाणी से शांत मिली थी। वो कहते थे कि हठ योग की किसी प्रक्रिया में भूल हो जाने से वो खफनाक में आ गए थे और किसी जलती आग में से कूद के निकलकर तालाब में छलांग लगा दी। निकले तो बदन छालों से भर गया। बहुत इलाज हुए परंतु आराम ना आया। वैद्यों, डॉक्टरों, हकीमों ने बोल दिया कि अब तुम्हारा कुछ नहीं बनेगा। वो कहते थे कि मैं इस हाल में पड़ा था कि एक सफ़ेद वस्त्रों वाले रमते साधु आ गए। कहने लगे, क्यों रोता है? मैंने सारी विथिया कही और बदन दिखाया। सुन के कहने लगे, रोग तो असाध है परंतु एक वैद भी है जो असाध रोगों को खंडन कर देता है। मैंने कहा, पता बताइए, परम अनुग्रह होगी। फिर वो बड़े आराम से मुझे उठा ले गए और एक जगह लिटा दिया। कहने लगे, ये गुरु नानक का गुरुद्वारा है, इसके अंदर अमृत बाणी का प्रवाह हर वक्त चलता है, वो तेरे कानों में पड़ेगा। जब तू 40 रोज तक यहाँ पर पड़ा सुनता रहेगा तो अरोग हो जाएगा। देख, तू जोगी हैं, पंडित हैं, हमारा वचन मानकर इस वैद का अब रंग देख। ये कहकर वो तो चल दिए। मैं वहाँ पर पड़ा रहा। मेरे कानों में वो अमृत धुनी आने लगी। जैसे मैं सुनता था ठंड पड़ती थी और मन जुड़ता था।
उसी मंदिर के भाई जी आकर मेरी सेवा कर जाते, खाने को भी दे जाते और आराम का भी प्रबंध कर जाते। उनको पता लग गया था कि मैं शरीर की अरोगता के वास्ते वाणी सुनने को यहाँ पर पड़ा हूँ और जगत में मेरा कोई नहीं है। वो भद्र पुरुष तन मन से मेरी सेवा करता रहा, मैं भी वहां पड़ा सुनता रहा। 40 दिन के बाद मेरी काया अरोग हो गई और आश्चर्य ये हुआ कि मेरा मन कुंदन की तरह स्वच्छ और तेजमय हो गया। अरोग होने के बाद उनका ये नियम था कि जहां गए सुना कि वहां महाराज यानी गुरु ग्रंथ साहब जी का प्रकाश है तो जाते, बाहर 7 दफा दंडवत प्रणाम करते, फिर 7 बत्ती दरवाजे में धूप की जलाते, फिर अंदर जाकर दंडवत प्रणाम करके एक श्लोक पढ़ते। वो श्लोक तो हमको याद नहीं, पर उसका अभिप्राय ये था कि हे अमृत की गंगा तू धन है, अहो भाग उनके जिन्होंने तेरे में स्नान किया, अहो भाग उनके जिन्होंने तेरा अमृत पिया ते तेरे दर्शन मात्र से ही कृत हो गया। मैं तो तेरे दर्शन मात्र से ही कृत हो गया हूं। अहो भाग मेरे भी कि जो तेरे दर्शन पाकर सफल हुआ। तू धन्य है, तू धन्य है। ये भाई वीर सिंह जी ने संत बिमला सिंह भागे के विच लिखिया है। उपरंत होर भी संत महात्मा मिलते रहे, जैसे संत तारा सिंह, संत सर्वव्यापी, संत आनंद सिंह। पर गुरमुख दे मेल दा इशारा जो संत फतेह चंद जी तो मिलिया सी, ਉਹ ਚਿੱਤ ਵਿੱਚ ਪਰਮਾਰਥਕ ਪਿਆਸ ਨੂੰ ਅੰਦਰੋਂ ਅੰਦਰ ਵਧੇਰੇ ਤੀਖਣ ਕਰਦਾ ਰਿਹਾ। ਕੋਈ ਸ਼ੰਕੇ ਜਾਂ ਨੁਕਤੇ ਸਨ ਜਿਨ੍ਹਾਂ ਦੀ ਨਿਵਰਤੀ ਸੰਤ ਫਤਿਹ ਚੰਦ ਜੀ ਨੇ ਨਹੀਂ ਕੀਤੀ ਸੀ ਤੇ ਇਸ਼ਾਰਾ ਦਿੱਤਾ ਸੀ ਕਿ ਜੋ ਗੁਰਮੁਖ ਮੇਰੇ ਮਗਰੋਂ ਤੁਸਾਂ ਨੂੰ ਮਿਲੇਗਾ ਉਹ ਤੁਸਾਂ ਦੇ ਸ਼ੰਕੇ ਨਿਵਰਤ ਕਰਕੇ ਮਨ ਨੂੰ ਪੂਰੀ ਤ੍ਰਿਪਤੀ ਤੇ ਸ਼ਾਂਤੀ ਬਖਸ਼ੇਗਾ। ਸੋ ਆਪ ਉਸ ਦੀ ਤਲਾਸ਼ ਵਿੱਚ ਲੱਗੇ ਰਹੇ। 1905, 1906 ਈਸਵੀ, 1962, 1963 ਬਿਕਰਮੀ ਵਿੱਚ ਸ਼ੁਜਾਬਾਦ ਵਿੱਚ ਰਾਣਾ ਸੂਰਤ ਸਿੰਘ ਦਾ ਟਰੈਕਟ ਆਪ ਦੇ ਹੱਥ ਲੱਗਾ। ਪੜ੍ਹਿਆ, ਗੁਰਬਾਣੀ ਦੇ ਉੱਚੇ ਸੁੱਚੇ ਤੇ ਡੂੰਘੇ ਰਮਜ਼ਾਂ ਵਾਲੇ ਭਾਵ ਪੜ੍ਹੇ ਤਾਂ ਅਮਲੀ ਜੀਵਨ ਵਾਲੀ ਕਲਮ ਦੀ ਰਚਨਾ ਸਹੀ ਕੀਤੀ, ਜਿਸ ਨੇ ਅਭਿਆਸੀ ਮਨ ਨੂੰ ਲੇਖਕ ਦੇ ਦਰਸ਼ਨਾਂ ਦੀ ਉਤਕੰਠਾ ਤੀਬਰ ਕਰ ਦਿੱਤੀ। ਪਰ ਟਰੈਕਟ ਪਰ ਲੇਖਕ ਦਾ ਨਾਮ ਨਹੀਂ ਸੀ। ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਦੇ ਭਾਈ ਵਜ਼ੀਰ ਸਿੰਘ ਪ੍ਰਿੰਟਰ ਦਾ ਨਾਮ ਛਪਿਆ ਸੀ। ਭਾਈ ਵਜ਼ੀਰ ਸਿੰਘ ਕਮਾਲੀਏ ਦਾ ਸੀ। ਕਮਾਲੀਏ ਪਹੁੰਚ ਕੇ ਉਹਨਾਂ ਨੂੰ ਮਿਲੇ, ਜੋ ਉਸ ਸਮੇਂ ਅੰਮ੍ਰਿਤਸਰੋਂ ਕਮਾਲੀਏ ਗਏ ਹੋਏ ਸਨ। ਉਹਨਾਂ ਤੋਂ ਲੇਖਕ ਦਾ ਨਾਮ ਪਤਾ ਪ੍ਰਾਪਤ ਕੀਤਾ ਤੇ ਅੰਮ੍ਰਿਤਸਰ ਆ ਕੇ ਭਾਈ ਸਾਹਿਬ ਜੀ ਨੂੰ ਮਿਲੇ। ਪਹਿਲੀਆਂ ਮੁਲਾਕਾਤਾਂ ਵਿੱਚ ਜੋ ਬਚਨ ਬਿਲਾਸ ਹੋਏ, ਗੁਰਮਤ ਦੇ ਰਾਜ਼ ਖੁੱਲੇ ਤੇ ਫਿਰ ਉਹ ਕੋਈ ਮਰਮੀ ਇਸ਼ਾਰੇ ਵੀ ਮਿਲੇ ਜੋ ਗੁਰਮੁਖ ਦੇ ਮੇਲ ਬਾਰੇ ਆਪ ਦੇ ਮੁਤਲਾਸ਼ੀ ਹਿਰਦੇ ਵਿੱਚ ਵਸਦੇ ਸਨ ਤੇ ਜਿਨ੍ਹਾਂ ਦੇ ਭੇਦ ਸੰਤ ਫਤਿਹ ਚੰਦ ਜੀ ਨੇ ਨਹੀਂ ਦਿੱਤੇ ਸੀ। ਜਦ ਦਿਲ ਦੇ ਗੁੱਝੇ ਭੇਦ ਖੁੱਲੇ ਤੇ ਮਨ ਨੂੰ ਸ਼ਾਂਤੀ ਤੇ ਤ੍ਰਿਪਤੀ ਮਿਲ ਗਈ ਤਾਂ ਫਿਰ ਭਾਈ ਸਾਹਿਬ ਜੀ ਵਿੱਚ ਗੁਰਮੁਖ ਭਾਵਨਾ ਦ੍ਰਿੜ ਕਰਕੇ ਉਹਨਾਂ ਦੇ ਪਿਆਰ ਤੇ ਸਤਿਕਾਰ ਵਿੱਚ ਹੋ ਗਏ। ਇਸ ਵੇਲੇ ਤੱਕ ਆਪ ਸਹਿਜਧਾਰੀ ਰੂਪ ਵਿੱਚ ਸਨ। ਨਾਮ ਸੀ ਭਾਈ ਸੰਗਤ ਦਾਸ। ਭਾਈ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਅੰਮ੍ਰਿਤ ਛਕ ਕੇ ਭਾਈ ਸੰਗਤ ਸਿੰਘ ਸੱਜੇ। ਇਹਨਾਂ ਅੱਖਰਾਂ ਦੇ ਲੇਖਕ ਨੂੰ ਸ੍ਰੀ ਸੰਤ ਜੀ ਦੇ ਦਰਸ਼ਨ ਅਕਸਰ ਹੁੰਦੇ ਰਹਿੰਦੇ ਸਨ। ਜਦ ਭਾਈ ਸਾਹਿਬ ਜੀ ਦੇ ਦਰਸ਼ਨ ਮੇਲਿਆਂ ਖਾਤਰ ਆਪ ਸ੍ਰੀ ਅੰਮ੍ਰਿਤਸਰ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਵਾਰ ਅੰਮ੍ਰਿਤਸਰ ਆਏ ਤਾਂ ਭਾਈ ਸਾਹਿਬ ਜੀ ਨਾਲ ਬਚਨ ਬਿਲਾਸ ਕਰਦੇ ਦੁਪਹਿਰ ਦਾ ਪ੍ਰਸ਼ਾਦ ਛਕ ਕੇ ਉੱਠੇ ਤਾਂ ਭਾਈ ਸਾਹਿਬ ਜੀ ਨੇ ਇਹਨਾਂ ਅੱਖਰਾਂ ਦੇ ਲੇਖਕ ਨੂੰ ਆਗਿਆ ਕੀਤੀ ਕਿ ਅਮਕੇ ਕਮਰੇ ਵਿੱਚ ਸੰਤਾਂ ਲਈ ਬਿਸਤਰਾ ਲਗਾ ਦਿਓ ਤਾਂ ਕਿ ਦੁਪਹਿਰੇ ਸੰਤ ਆਰਾਮ ਕਰ ਲੈਣ। ਸੰਤ ਕਿਸੇ ਸਵਾਦ ਵਿੱਚ ਤੇ ਕਿਸੇ ਰਸ ਵਿੱਚ ਤੇ ਸ਼ੁਕਰ ਵਿੱਚ ਮਖਮੂਰ ਉੱਠੇ ਸਨ। ਉਸੇ ਰੰਗ ਉਸੇ ਕਮਰੇ ਵਿੱਚ ਆਏ ਜਿੱਥੇ ਬਿਸਤਰਾ ਲੱਗ ਰਿਹਾ ਸੀ। ਕਹਿਣ ਲੱਗੇ, ਮਹਾਂ ਸਿੰਘ, ਮੈਂ ਜਗਤ ਵਿੱਚ ਬੜਾ ਫਿਰਿਆ ਹਾਂ, ਥਾਂ ਥਾਂ ਦੇ ਫਕੀਰਾਂ ਸੰਤਾਂ ਸਾਧਾਂ ਨੂੰ ਮਿਲਿਆ ਹਾਂ, ਹਠ ਯੋਗ ਦੇ ਸਾਧਨ ਵੀ ਕੀਤੇ ਹਨ, ਜੰਗਲਾਂ ਵਿੱਚ ਤਪੱਸਿਆ ਵੀ ਕੀਤੀਆਂ ਹਨ, ਵਰਿਆਂ ਬੱਧੀ ਆਦਮਜ਼ਾਤ ਦੇ ਮੱਥੇ ਨਹੀਂ ਲੱਗਾ, ਕੋਈ ਸਾਧਨ ਨਹੀਂ ਛੋੜਿਆ, ਪਰ ਮੈਨੂੰ ਠੰਡ ਨਾ ਪਈ।
ਇਸ ਮਹਾਂਪੁਰਖ ਦਾ ਦਰ ਬੜਾ ਉੱਚਾ ਹੈ। ਸਤਿਗੁਰਾਂ ਦੀਆਂ ਇਹਨਾਂ ਪਰ ਅਪਾਰ ਮਿਹਰਾਂ ਹਨ। ਇੱਥੇ ਕੀ ਕੁਝ ਹੈ ਮੈਂ ਬਿਆਨ ਨਹੀਂ ਕਰ ਸਕਦਾ। ਮੈਨੂੰ ਠੰਡ ਤੇ ਤ੍ਰਿਪਤੀ ਇੱਥੋਂ ਮਿਲੀ ਹੈ। ਆਤਮਿਕ ਰਾਜ਼ ਇੱਥੇ ਖੁੱਲੇ ਹਨ ਤੇ ਸਭੇ ਸ਼ੰਕੇ ਨਿਵਰਤ ਹੋਏ ਹਨ। ਤੂੰ ਜੋ ਇੱਥੇ ਕਿਸੇ ਬਹਾਨੇ ਸਿਰ ਆ ਗਿਆ ਹੈ, ਕੋਈ ਪਿਛਲਾ ਪੁੰਨ ਫਲਿਆ ਹੈ। ਵਾਹਿਗੁਰੂ ਦੇ ਸ਼ੁਕਰ ਵਿੱਚ ਰਿਹਾ ਕਰ। ਰੱਜ ਕੇ ਸੇਵਾ ਕਰਕੇ ਜਨਮ ਸਫਲਾ ਲੈ। ਜੋ ਕੁਝ ਇੱਥੇ ਸਾਹਮਣੇ ਦਿਸ ਰਿਹਾ ਹੈ, ਇਹ ਉਹ ਕੁਝ ਨਹੀਂ, ਇੱਥੇ ਬੜਾ ਕੁਝ ਹੈ। ਮੈਂ ਅੰਦਰ ਵੜ ਕੇ ਡਿੱਠਾ ਹੈ। ਆਪਣੇ ਬਲ ਬੂਤੇ ਨਹੀਂ, ਪਰ ਇਹਨਾਂ ਦੀ ਦਇਆ ਦ੍ਰਿਸ਼ਟੀ ਨਾਲ। ਬਸ ਅਕਹਿ ਹੈ ਤੇ ਗੂੰਗੇ ਦੀ ਮਠਿਆਈ ਹੈ। ਇਸ ਜਨਮ ਦਾ ਲਾਹਾ ਲੈ ਲਓ। ਮੇਰੀ ਇਹ ਉਗਾਈ ਸਮਝੋ ਤਾਂ, ਜੇ ਸਿੱਖਿਆ ਸਮਝੋ ਤਾਂ। ਦਾਸ ਨੇ ਜਦ ਉਹਨਾਂ ਤੋਂ ਪੁੱਛਿਆ ਕਿ ਸੰਸੇ ਜਾਂ ਨੁਕਤੇ ਕੀ ਸਨ, ਜਿਨ੍ਹਾਂ ਦੇ ਇਸ਼ਾਰੇ ਸੰਤ ਭਾਈ ਫਤਿਹ ਚੰਦ ਜੀ ਨੇ ਕੀਤੇ ਸਨ, ਤੇ ਆਪ ਨੂੰ ਉਹਨਾਂ ਦੀ ਸਰਵਾਂਗ ਨਿਵਰਤੀ ਇੱਥੋਂ ਹੋਈ ਤੇ ਆਪ ਜੀ ਦੇ ਮਨ ਦੀ ਪੂਰਨ ਤਸੱਲੀ ਹੋਈ, ਤਾਂ ਆਪ ਕਹਿਣ ਲੱਗੇ, ਤੁਸਾਂ ਇਹਨਾਂ ਗੱਲਾਂ ਵਿੱਚੋਂ ਕੀ ਲੈਣਾ ਹੈ? ਸ਼ੁਭ ਅਵਸਰ ਜੋ ਤੁਸਾਂ ਦੇ ਹੱਥ ਆਇਆ ਹੈ, ਇਸ ਦਾ ਫਿਕਰ ਕਰੋ, ਇਹ ਵਿਅਰਥ ਨਾ ਚਲਾ ਜਾਏ। ਇੱਕ ਹੋਰ ਸਮੇਂ ਸ੍ਰੀ ਸੰਤ ਜੀ ਨੇ ਬਚਨ ਕੀਤਾ ਕਿ ਸ੍ਰੀ ਭਾਈ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਅਨੁਭਵੀ ਮਹਾਂਪੁਰਸ਼ ਹਨ। ਮੇਰਾ ਨਿਸ਼ਚਾ ਹੈ ਕਿ ਤੁਰੋਂ ਦਰਗਾਹੋਂ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਦੇ ਕਾਰਜ ਕਰਨ ਲਈ ਇਹਨਾਂ ਨੂੰ ਜਗਤ ਵਿੱਚ ਭੇਜਿਆ ਹੈ। ਸਰਸਵਤੀ ਇਹਨਾਂ ਅੱਗੇ ਹੱਥ ਜੋੜੀ ਖੜੀ ਹੈ। ਸ੍ਰੀ ਸੰਤ ਜੀ ਦੇ ਸਾਹਿਬਜ਼ਾਦੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਸਰੋਤ ਹੈ ਕਿ ਸੰਤਾਂ ਦਾ ਜੀਵਨ ਲਿਖਾ ਰਹੇ ਹਨ। ਉਹਨਾਂ ਨੇ ਇਹਨਾਂ ਅੱਖਰਾਂ ਦੇ ਲੇਖਕ ਦੀ ਮੰਗ ਪਰ ਸੰਤਾਂ ਦੀ ਗੁਰਮੁਖ ਦੀ ਤਲਾਸ਼ ਤੇ ਫਿਰ ਭਾਈ ਸਾਹਿਬ ਜੀ ਦੇ ਨਾਲ ਪਹਿਲੇ ਮੇਲ ਮਿਲਾਪ ਪਰ ਇੱਕ ਲੇਖ ਲਿਖ ਭੇਜਿਆ ਹੈ, ਜੋ ਖਾਲਸਾ ਸਮਾਚਾਰ ਦੇ ਭਾਈ ਸਾਹਿਬ ਦੇ ਜਨਮ ਸ਼ਤਾਬਦੀ ਅੰਕ ਵਿੱਚ ਛਪਿਆ ਗਿਆ ਸੀ। ਉਹ ਇੱਥੇ ਮੁੜ ਦੇਣਾ ਪਾਠਕਾਂ ਲਈ ਦਿਲਚਸਪੀ ਤੇ ਵਾਕਫੀ ਵਧਾਉਣ ਦਾ ਕਾਰਨ ਹੋਵੇਗਾ। ਉਹ ਲੇਖ ਇਹ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।